Hello everyone. We'll start P block today, chapter 7, and we have group 15 to group 18 in class plus 2. So, first of all, in general, we'll talk about the atomic properties, and in comparison, that will make the understanding more easier. As you can see, I have written all the groups together for better understanding. So we will compare and study. So if we start with group 15, the element starts from nitrogen. For the group 16, elements start from oxygen, फिर fluorine, and group 18 ਜਿਹੜੀਆਂ कि noble gases है वो किथों start हो रही है helium ਤੋਂ. So if I talk about group 15 ਦੇ ਵਿੱਚ nitrogen, phosphorus, arsenic, antimony, bismuth ਤੇ moscovium. ਗਰੁੱਪ 16 ਦੇ ਵਿੱਚ ਆਪਣੇ ਕੋਲ ਹੈਗਾ ਆਕਸੀਜਨ, ਸਲਫਰ, ਸਿਲੀਨੀਅਮ, ਟੈਲੂਰੀਅਮ, ਪੋਲੋਨੀਅਮ ਤੇ ਲਿਵਰਮੋਰੀਅਮ. ਗਰੁੱਪ 17 ਜਿਹੜੇ ਕਿ ਹੈਲੋਜਨਸ ਹੈ, ਫਲੋਰੀਨ, ਕਲੋਰੀਨ, ਬ੍ਰੋਮੀਨ, ਆਇਓਡੀਨ ਐਂਡ ਐਸਟੈਟੀਨ. ਗਰੁੱਪ 18 ਦੇ ਵਿੱਚ ਆਪਣੇ ਕੋਲ ਹੈਗਾ ਹੀਲੀਅਮ, ਨੀਓਨ, ਆਰਗੋਨ, ਕ੍ਰਿਪਟੋਨ, ਜ਼ੀਨੋਨ ਤੇ ਰੇਡੋਨ. ਤੇ ਲਾਸਟ ਆਪਣੇ ਕੋਲ ਹੈਗਾ ਓਰਗੈਨੀਸੋਨ, ਰਾਈਟ, ਜਿਹਦਾ ਕਿ ਐਟੋਮਿਕ ਨੰਬਰ ਹੈਗਾ 118. ਹੁਣ ਜੇ ਆਪਾਂ ਇਹਨਾਂ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਦੇਖੀਏ ਤਾਂ ਇਟਸ ਵੈਰੀ ਸਿੰਪਲ, ਤੁਸੀਂ ਖੁਦ ਵੀ ਕਰ ਸਕਦੇ ਹੋ. ਨਾਈਟ੍ਰੋਜਨ ਦੀ 2s2 2p3, 3s2 3p3, ਫਾਸਫੋਰਸ ਦੀ 4s2 4, ਦੈਟ ਮੀਨਸ ਇਹਨਾਂ ਦੀ ਜਨਰਲ ਆਊਟਰ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਕੀ ਹੈ, ns2 np3. ਜੇ ਆਪਾਂ ਗਰੁੱਪ 16 ਦੀ ਗੱਲ ਕਰੀਏ ਤਾਂ ਆਪਣੇ ਕੋਲ ਕੀ ਹੈ, ਉਹਨਾਂ ਦੀ ਆਕਸੀਜਨ ਦੀ 2s2 2p4, ਸਲਫਰ ਦੀ 3s2 3p4, ਐਂਡ ਦਿਸ ਗੋਜ਼ ਔਨ ਟਿਲ ਲਿਵਰਮੋਰੀਅਮ ਜਿਹਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਕੀ ਹੈ 5f14 60 10 7s2 ਤੇ 7p4. ਤੁਸੀਂ ਧਿਆਨ ਨਾਲ ਹਾਲੇ ਫਿਲਹਾਲ ਗਰੁੱਪ 15 ਤੇ 16 ਵੱਲ ਦੇਖੋ ਤਾਂ ਆਪਾਂ ਕੀ ਅਬਜ਼ਰਵ ਕਰਦੇ ਹਾਂ ਕਿ ਆਰਸੈਨਿਕ ਤੋਂ ਲੈ ਕੇ ਮਾਸਕੋਵੀਅਮ ਤੱਕ ਇਨਰ ਡੀ ਤੇ ਐਫ ਆਰਬਿਟਲ ਸਟਾਰਟ ਹੋ ਗਏ. ਸਿਮਿਲਰਲੀ ਇਹਦੇ ਵਿੱਚ ਸਿਲੀਨੀਅਮ ਦੇ ਵਿੱਚ ਡੀ 3d 4d ਐਫ ਤੇ ਡੀ ਔਰ ਇਨਰ ਆਰਬਿਟਲਸ ਬਣ ਗਏ. ਠੀਕ ਹੈ ਜੀ. ਹੁਣ ਜੇ ਆਪਾਂ ਹੈਲੋਜਨਸ ਦੀ ਗੱਲ ਕਰੀਏ ਗਰੁੱਪ 17, ਇਹਨਾਂ ਦੇ ਵਿੱਚ ਵੀ ਡੀ ਬ੍ਰੋਮੀਨ ਤੋਂ ਆਇਓਡੀਨ ਹੈ, ਐਸਟੈਟੀਨ ਹੈ, ਟੈਨਰਸੀਨ ਹੈ. ਇਹਦੇ ਵਿੱਚ ਕੀ ਹੈ, ਸਾਰੇ ਡੀ ਤੇ 4f ਆਰਬਿਟਲ ਸਟਾਰਟ ਹੋ ਰਹੇ ਆ. ਸਿਮਿਲਰਲੀ ਜੇ ਆਪਾਂ ਗਰੁੱਪ 18 ਦੀ ਗੱਲ ਕਰੀਏ, ਜਿਹੜੇ ਲਾਸਟ ਵਾਲੇ ਐਲੀਮੈਂਟਸ ਹੈ ਉਹਨਾਂ ਦੇ ਵੇਲੈਂਸ ਸ਼ੈਲ ਤੋਂ ਪਹਿਲਾਂ ਇਨਰ ਡੀ ਤੇ ਐਫ ਆਰਬਿਟਲਸ ਆ ਗਏ. ਸਮਝ ਗਏ ਮੇਰੀ ਗੱਲ? ਸੋ ਇਹਨਾਂ ਦਾ ਯੂਜ਼ ਕੀ ਹੈ ਉਹ ਆਪਾਂ ਅਪਰੋਪਰੀਏਟ ਟਾਈਮ 'ਤੇ ਕਰਾਂਗੇ. ਸੋ ਦੈਟ ਮੀਨਸ ਜਿਹੜੇ ਗਰੁੱਪ 15 ਵਾਲੇ ਆ ਉਹਨਾਂ ਦੀ ਜਨਰਲ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਕੀ ਹੈ, ns2 np3, ਇਹਦੀ ns2 np4, ਹੈਲੋਜਨਸ ਦੀ ns2 np5 ਤੇ ਇਹਨਾਂ ਦੀ ਕੰਪਲੀਟਲੀ ਫਿਲਡ ns2 np6. ਸੋ ਇਹਦੇ ਵਿੱਚ ਇਹਨਾਂ ਕੋਲ ਐਗਜ਼ੈਕਟਲੀ ਹਾਫ ਫਿਲਡ np ਸਬ ਸ਼ੈਲ ਹੈ. ਸੋ ਦੈਟ ਮੀਨਸ ਇਹ ਗਰੁੱਪ 15 ਦੀ ਸਟੇਬਲ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਹੈ ਤੇ ਉਧਰੋਂ ਗਰੁੱਪ 18 ਦੀ ਸਟੇਬਲ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਹੈ. ਸੋ ਆਪਾਂ ਇੱਥੇ ਗਰੁੱਪ 15 16 17 ਤੇ 18 ਸਾਈਮਲਟੇਨੀਅਸਲੀ ਸਟੱਡੀ ਕਰ ਰਹੇ ਹਾਂ ਸੋ ਦੈਟ ਆਪਾਂ ਨੂੰ ਬੈਟਰ ਅੰਡਰਸਟੈਂਡ ਹੋ ਸਕੇ. ਠੀਕ ਹੈ ਜੀ. ਤਾਂ ਇਹਦੇ ਵਿੱਚ ਆਪਾਂ ਇੱਕ ਵਾਰੀ ਫੇਰ ਐਲੀਮੈਂਟਸ ਰਿਵਾਈਜ਼ ਕਰ ਲਈਏ. ਗਰੁੱਪ 15 ਦੇ ਨਾਈਟ੍ਰੋਜਨ, ਫਾਸਫੋਰਸ, ਆਰਸੈਨਿਕ, ਐਂਟੀਮਨੀ, ਬਿਸਮਿਥ ਤੇ ਮੋਸਕੋਵੀਅਮ. ਗਰੁੱਪ 16 ਦੇ ਵਿੱਚ ਆਕਸੀਜਨ, ਸਲਫਰ, ਸਿਲੀਨੀਅਮ, ਟੈਲੂਰੀਅਮ, ਪੋਲੋਨੀਅਮ, ਲਿਵਰਮੋਰੀਅਮ. ਗਰੁੱਪ 17 ਜਿਹੜੇ ਕਿ ਹੈਲੋਜਨਸ ਨੇ, ਫਲੋਰੀਨ, ਕਲੋਰੀਨ, ਬ੍ਰੋਮੀਨ, ਆਇਓਡੀਨ, ਐਸਟੈਟੀਨ ਤੇ ਟੈਨਰਸੀਨ. ਗਰੁੱਪ 18 ਦੇ ਵਿੱਚ ਹੀਲੀਅਮ ਤੋਂ ਸਟਾਰਟ ਹੋ ਕੇ ਇਹਦੀ 1s2 ਹੈ, ਬਾਕੀ ਸਾਰਿਆਂ ਦੀ ਕੀ ਹੈ ns2 np6, ਨੀਓਨ, ਆਰਗੋਨ, ਕ੍ਰਿਪਟੋਨ, ਜ਼ੀਨੋਨ, ਰੇਡੋਨ ਤੇ ਓਰਗੈਨੀਸੋਨ. ਠੀਕ ਹੈ ਜੀ. ਗਰੁੱਪ 15 ਦੀ ਜਨਰਲ ਇਲੈਕਟ੍ਰੋਨਿਕ ਕੌਨਫੀਗਰੇਸ਼ਨ ns2 np3, ਇਹਦੀ ns2 np4, ਇਹਦੀ ns2 np5, ਇਹਦੀ ns2 np6. ਸਮਝ ਗਏ ਜੀ. ਹੁਣ ਆਪਾਂ ਪਹਿਲੀ ਆਪਾਂ ਪ੍ਰੋਪਰਟੀ ਐਟੋਮਿਕ ਪ੍ਰੋਪਰਟੀ ਸਟੱਡੀ ਕਰਦੇ ਹਾਂ, ਇਹਨਾਂ ਦੀ ਐਟੋਮਿਕ ਤੇ ਆਇਓਨਿਕ ਰੇਡੀਆਈ. ਇਨ ਜਨਰਲ ਕੀ ਹੈ, ਸਾਰਿਆਂ ਦੇ ਵਿੱਚ ਇਨ ਜਨਰਲ ਕੀ ਹੈ ਕਿ ਜਦੋਂ ਆਪਾਂ ਡਾਊਨ ਦਾ ਗਰੁੱਪ ਜਾਈਏ, ਯਾਨੀ ਕਿ ਫਰੋਮ ਨਾਈਟ੍ਰੋਜਨ ਟੂ ਮਸਕੋਵੀਅਮ ਜਾਈਏ ਜਾਂ ਆਕਸੀਜਨ ਟੂ ਲਿਵਰਮੋਰੀਅਮ ਜਾਈਏ ਜਾਂ ਫਲੋਰੀਨ ਟੂ ਟੈਨਰਸੀਨ ਜਾਈਏ ਜਾਂ ਹੀਲੀਅਮ ਟੂ ਓਰਗੈਨੀਸੋਨ ਜਾਈਏ ਤਾਂ ਕੀ ਹੋ ਰਿਹਾ, ਤੁਸੀਂ ਦੇਖ ਪਾ ਰਹੇ ਹੋ ਕਿ ਨੰਬਰ ਆਫ ਸ਼ੈਲਸ ਇਨਕਰੀਜ਼ ਹੋ ਰਹੇ, ਨੰਬਰ ਆਫ ਸ਼ੈਲਸ ਇਨਕਰੀਜ਼ ਹੋ ਰਿਹਾ. ਸੋ ਦੈਟ ਮੀਨਸ ਇਲੈਕਟ੍ਰੋਨ ਕਲਾਊਡ ਐਕਸਪੈਂਡ ਹੋਊਗਾ. ਜਦੋਂ ਇਲੈਕਟ੍ਰੋਨਿਕ ਕਲਾਊਡ ਐਕਸਪੈਂਡ ਹੋਊਗਾ ਸਾਈਜ਼ ਇਨਕਰੀਜ਼ ਹੋਊਗਾ. ਸੋ ਜਨਰਲ ਕੀ ਆਪਾਂ ਜੇ ਗਰੁੱਪ 15 ਦੀ ਗੱਲ ਕਰੀਏ ਦਾ ਐਟੋਮਿਕ ਐਂਡ ਦੀ ਆਇਓਨਿਕ ਰੇਡੀਆਈ ਇਨਕਰੀਜ਼ ਡਾਊਨ ਦਾ ਗਰੁੱਪ. ਸਾਰਿਆਂ ਦੇ ਵਿੱਚ ਗਰੁੱਪ 16 ਦੇ ਵਿੱਚ ਵੀ ਇਨਕਰੀਜ਼ ਡਾਊਨ ਦਾ ਗਰੁੱਪ ਡਿਊ ਟੂ ਇਨਕਰੀਜ਼ ਇਨ ਦੀ ਨੰਬਰ ਆਫ ਸ਼ੈਲਸ. ਤੇ ਸਾਰਿਆਂ ਦੇ ਵਿੱਚ ਇਹੀ ਚੀਜ਼ ਹੈ ਕਿ ਜਦੋਂ ਗਰੁੱਪ ਦੇ ਵਿੱਚ ਜਾਈਏ ਤਾਂ ਇਟ ਇਨਕਰੀਜ਼ਸ ਡਾਊਨ ਦਾ ਗਰੁੱਪ.
ਹੁਣ ਜੇ ਆਪਾਂ along a period ਜਾਈਏ group 15 16 ए ਨੂੰ period ਨੂੰ ਜਾਈਏ ਤਾਂ ਸਾਈਜ਼ ਡਿਕਰੀਜ਼ ਹੋ ਰਿਹਾ। ਸਾਈਜ਼ ਡਿਕਰੀਜ਼ ਕਿਉਂ ਹੋਊਗਾ? ਕਿਉਂਕਿ ਇਫੈਕਟਿਵ ਨਿਊਕਲੀਅਰ ਚਾਰਜ ਵੱਧ ਰਿਹਾ। ਹੁਣ ਆਪਾਂ ਇਨ ਪਰਟੀਕੂਲਰ ਗੱਲ ਕਰਦੇ ਹਾਂ, ਜੇ ਆਪਾਂ ਗਰੁੱਪ 15 ਦੀ ਗੱਲ ਕਰੀਏ ਗਰੁੱਪ 15 ਵਿੱਚ ਕੀ ਹੈ ਕਿ ਦੇयर इज़ ਲਾਰਜ ਇਨਕਰੀਜ਼ ਇਨ ਦੀ ਰੇਡੀਆਈ ਫਰੋਮ ਨਾਈਟ੍ਰੋਜਨ ਟੂ ਫਾਸਫੋਰਸ ਐਂਡ ਸਮॉल ਇਨਕਰੀਜ਼ ਫਰੋਮ ਆਰਸੈਨਿਕ ਟੂ ਬਿਸਮਿਥ। ਉਹ ਕਹਿੰਦੇ ਜਦੋਂ ਅਸੀਂ ਨਾਈਟ੍ਰੋਜਨ ਟੂ ਫਾਸਫੋਰਸ ਜਾਈਏ ਤਾਂ ਸਾਈਜ਼ ਇੱਕੋਦਮ ਬਹੁਤ ਵੱਧ ਜਾਂਦਾ ਹੈ, ਪਰ ਜਦੋਂ ਆਰਸੈਨਿਕ ਟੂ ਬਿਸਮਿਥ ਜਾਈਏ ਤਾਂ ਸਾਈਜ਼ ਇੰਨਾ ਵੱਧਦਾ ਨਹੀਂ। ਵੱਧਦਾ ਜ਼ਰੂਰ ਹੈ ਪਰ ਇੰਨਾ ਨਹੀਂ ਵੱਧਦਾ। ਕਿਉਂ ਨਹੀਂ ਵੱਧਦਾ? ਬਿਕੋਜ਼ ਦੇਖੋ ਰਾਜੇ, ਵੈਲੈਂਸ ਸ਼ੈਲ ਤੋਂ ਪਹਿਲਾਂ ਆ ਡੀ, ਆ 4D, ਆ 4F ਤੇ 5D ਆ ਰਿਹਾ। ਇਹਨਾਂ ਦਾ ਪੂਅਰ ਸਕਰੀਨਿੰਗ ਇਫੈਕਟ ਹੈ। ਡੀ ਤੇ F ਔਰਬਿਟਲਸ ਦਾ ਪੂਅਰ ਸਕਰੀਨਿੰਗ ਇਫੈਕਟ ਹੋਣ ਕਾਰਨ ਇਹ ਵੈਲੈਂਸ ਇਲੈਕਟ੍ਰੋਨਸ ਨੂੰ ਆਪਣੇ ਵੱਲ ਖਿੱਚਦੇ ਆ। ਇਹਨਾਂ ਦਾ ਪੂਅਰ ਸਕਰੀਨਿੰਗ ਇਫੈਕਟ ਹੈ, ਜਿਹਦੇ ਕਰਕੇ ਸਾਈਜ਼ ਇੰਨਾ ਨਹੀਂ ਵੱਧ ਪਾਉਂਦਾ। ਸੋ ਕੀ ਹੈ? ਬਿਕੋਜ਼ ਦੇयर इज़ presence of completely filled inner D and F orbitals which have poor screening effect। ਸਮਝ ਗਏ ਮੇਰੀ ਗੱਲ? ਹੁਣ ਆਪਾਂ ਗਰੁੱਪ 16 ਦੀ ਗੱਲ ਕਰਦੇ ਹਾਂ। ਗਰੁੱਪ 16 ਵੀ ਇਹੀ ਕਹਿੰਦਾ ਕਿ the atomic and the ionic radii increases down the group due to increase in the number of shells। The radii of the group 16 elements is greater than group 17 but smaller than group 15 elements। ਇਹ ਤਾਂ ਐਜ਼ ਪਰ ਆਪਣਾ ਰੂਲ ਹੀ ਹੈ ਕਿ ਜਿਹੜੇ 16th ਹੈ ਉਹ ਇਹਨਾਂ ਤੋਂ ਸਾਈਜ਼ ਛੋਟਾ ਹੋਊਗਾ ਬਟ ਇਹਦੇ ਤੋਂ ਵੱਡਾ ਹੋਊਗਾ। ਉਸ ਤੋਂ ਬਾਅਦ ਆਪਣੇ ਕੋਲ ਹੈਗਾ ਜੀ ਦੇ ਐਟੋਮ। ਉਸ ਤੋਂ ਬਾਅਦ ਵੀਲ ਟਾਕ ਅਬਾਊਟ ਹੈਲੋਜਨਸ। ਹੈਲੋਜਨਸ ਦੇ ਵਿੱਚ ਕੀ ਹੈ? ਦੀ ਐਟੋਮਿਕ ਐਂਡ ਦੀ ਆਇਓਨਿਕ ਰੇਡੀਆਈ ਇਨਕਰੀਜ਼ਸ ਡਾਊਨ ਦ ਗਰੁੱਪ, ਬਟ ਹੈਲੋਜਨਸ ਦਾ ਸਾਈਜ਼ ਸਭ ਤੋਂ ਸਮੋਲੈਸਟ ਹੈ। ਅਲੋਂਗ ਅ ਪੀਰੀਅਡ ਇਹਨਾਂ ਦਾ ਸਾਈਜ਼ ਸਭ ਤੋਂ ਸਮੋਲੈਸਟ ਹੈ। ਹੈਲੋਜਨਸ ਹੈਵ ਦੀ ਸਮੋਲੈਸਟ ਸਾਈਜ਼ ਇਨ ਦੇਅਰ ਰਿਸਪੈਕਟਿਵ ਪੀਰੀਅਡ। ਕਿਉਂ ਐਸਾ ਕਿਉਂ? ਦੇਖੋ ਰਾਜੇ, ਜਦੋਂ ਆਪਾਂ ਵੈਸੇ ਇੱਧਰ ਨੂੰ ਆਹ ਐਂਡ ਪੀਰੀਅਡ ਹੈ, ਪੀਰੀਅਡ ਇੱਥੇ ਐਂਡ ਹੋ ਰਿਹਾ, ਬਟ ਜਿਹੜੇ ਆਪਣੇ ਗਰੁੱਪ 18 ਦੇ ਨੋਬਲ ਗੈਸਿਸ ਹੈ ਇਹਨਾਂ ਦਾ ਰੇਡੀਆਈ ਆਪਾਂ ਇਨ ਦਾ ਫਾਰਮ ਆਫ ਇਨ ਦੀ ਟਰਮਸ ਆਫ ਆ ਵੇਖੋ ਵੰਡਰਵਾਲ ਰੇਡੀਆਈ ਲੈਂਦੇ ਹਾਂ, ਅਤੇ ਵੰਡਰਵਾਲ ਰੇਡੀਆਈ ਹਮੇਸ਼ਾ ਵੱਡਾ ਹੁੰਦਾ ਐਜ਼ ਕੰਪੇਅਰ ਟੂ ਕੋਵਲੈਂਟ ਰੇਡੀਆਈ। ਤਾਂ ਸਾਡੇ ਕੋਲ ਬਚਿਆ ਕੌਣ? ਸਿਰਫ ਹੈਲੋਜਨਸ। ਸੋ ਹੈਲੋਜਨਸ ਦਾ ਸਭ ਤੋਂ ਛੋਟਾ ਸਾਈਜ਼ ਹੈ, ਸੋ ਦੇ ਹੈਵ ਦਾ ਸਮੋਲੈਸਟ ਸਾਈਜ਼ ਇਨ ਦੇਅਰ ਰਿਸਪੈਕਟਿਵ ਪੀਰੀਅਡ। ਹੁਣ ਜੇ ਆਪਾਂ ਇਹਨਾਂ ਦੇ ਆਇਨਸ ਦੀ ਗੱਲ ਕਰੀਏ, ਜਿਵੇਂ ਸਪੋਜ਼ ਆਪਣੇ ਕੋਲ ਕਲੋਰੀਨ ਐਟਮ ਹੈ ਅਤੇ ਇੱਕ ਆਪਣੇ ਕੋਲ ਕਲੋਰਾਈਡ ਆਇਨ ਹੈ। ਆਇਨ ਦਾ ਸਾਈਜ਼ ਓਬਵੀਅਸਲੀ ਵੱਡਾ ਹੋਊਗਾ, ਇਹ ਆਪਾਂ +1 'ਚ ਕੀਤਾ ਹੋਇਆ ਹੈ। ਦਾ ਰੇਡੀਅਸ ਆਫ ਦੀ ਹੈਲਾਈਡ ਆਇਨ ਇਜ਼ ਆਲਵੇਜ਼ ਗ੍ਰੇਟਰ ਦੈਨ ਦੀ ਹੈਲੋਜਨ ਐਟਮ। ਇਹ ਸੀਗੀ ਸਾਡੀ ਬਰੀਫ ਇੰਟਰੋਡਕਸ਼ਨ ਅਬਾਊਟ ਦੀ ਐਟੋਮਿਕ ਐਂਡ ਦੀ ਆਇਓਨਿਕ ਰੇਡੀਆਈ। ਹੁਣ ਜੇ ਆਪਾਂ ਨੈਕਸਟ ਪ੍ਰੋਪਰਟੀਜ਼ ਦੀ ਗੱਲ ਕਰੀਏ, ਜਿਵੇਂ ਕਿ ਆਪਣੇ ਕੋਲ ਆਇਓਨਾਈਜੇਸ਼ਨ ਇੰਥੈਲਪੀ ਹੈ। ਆਇਓਨਾਈਜੇਸ਼ਨ ਇੰਥੈਲਪੀ ਦਾ ਮਤਲਬ, ਲਿਸਨ ਵੈਰੀ ਕੇਅਰਫੁਲੀ, ਕਿੰਨੀ ਐਨਰਜੀ ਰਿਕੁਆਇਰਡ ਹੈ ਵੈਲੈਂਸ ਇਲੈਕਟ੍ਰੋਨ ਨੂੰ ਰਿਮੂਵ ਕਰਨ ਵਾਸਤੇ। ਤਾਂ ਜਿੰਨਾ ਘੱਟ ਇਫੈਕਟਿਵ ਨਿਊਕਲੀਅਰ ਚਾਰਜ ਹੋਊਗਾ, ਸਪੋਜ਼ ਆ ਆਪਣੇ ਕੋਲ ਨਿਊਕਲੀਅਸ ਹੈ, ਆ ਆਪਣੇ ਕੋਲ ਸ਼ੈਲਸ ਹੈ, ਆ ਵੈਲੈਂਸ ਇਲੈਕਟ੍ਰੋਨ ਹੈ, ਇਸ ਇਲੈਕਟ੍ਰੋਨ ਨੂੰ ਕਿੰਨਾ ਈਜ਼ੀ ਹੋਊਗਾ ਰਿਮੂਵ ਕਰਨਾ, ਉਨੀ ਐਨਰਜੀ ਘੱਟ ਲੱਗੂਗੀ। ਐਨਰਜੀ ਘੱਟ ਜਿੰਨੀ ਲੱਗੂਗੀ ਆਪਾਂ ਕਹਾਂਗੇ ਵੀ ਆਇਓਨਾਈਜੇਸ਼ਨ ਐਨਰਜੀ ਲੋ ਹੈ। ਹੁਣ ਵੇਖਦੇ ਹਾਂ ਗਰੁੱਪ 15 ਕੀ ਕਹਿੰਦਾ ਹੈ। ਇਨ ਜਨਰਲ ਆਇਓਨਾਈਜੇਸ਼ਨ ਐਨਰਜੀ ਡਿਕਰੀਜ਼ਸ ਡਾਊਨ ਦਾ ਗਰੁੱਪ ਡਿਊ ਟੂ ਇਨਕਰੀਜ਼ ਇਨ ਦੀ ਐਟੋਮਿਕ ਸਾਈਜ਼। ਯਾਨੀ ਕਿ ਜਿਵੇਂ ਜਿਵੇਂ ਆਪਾਂ ਨੀਚੇ ਜਾਂਦੇ ਹਾਂ ਇਲੈਕਟ੍ਰੋਨ ਨੂੰ ਰਿਮੂਵ ਕਰਨਾ ਈਜ਼ੀ ਹੈ। but the ionization energy of group 15 is greater than ionization energy of group 14। यानी कि जे आप इन्ना पीरियड वेखिए 15वें ग्रुप ਦੇ ਵਿੱਚੋਂ इलेक्ट्रॉन रिमूव करना difficult है due to because it has extra stable half filled p orbitals and small size। ਹੁਣ ਜਿਹੜੀ ਐਕਸੈਪਸ਼ਨ ਹੈ ਉਹ ਇਹਦੇ ਵਿੱਚ ਆਉਂਦੀ ਹੈ ਗਰੁੱਪ 16। ਜਦੋਂ ਆਪਾਂ ਅਲੋਂਗ ਆ ਪੀਰੀਅਡ ਐ ਨੂੰ ਜਾਂਦੇ ਆ ਆਇਓਨਾਈਜੇਸ਼ਨ એનર્ਜੀ ਇਨਕਰੀਜ਼ ਹੁੰਦੀ ਹੈ। ਇਹਦਾ ਮਤਲਬ ਇਹ ਹੋਇਆ ਵੀ ਗਰੁੱਪ 16 ਦੀ ਵੱਧ ਹੋਣੀ ਚਾਹੀਦੀ ਹੈ, ਬਟ ਇੱਥੇ ਐਕਸੈਪਸ਼ਨ ਹੈ। ਗਰੁੱਪ 16 ਐਲੀਮੈਂਟਸ ਹੈਵ ਲੋਅਰ ਆਇਓਨਾਈਜੇਸ਼ਨ એનર્ਜੀ ਦੈਨ ਗਰੁੱਪ 15 ਐਲੀਮੈਂਟਸ। ऐसा क्यों? बिकॉज ग्रुप 15 एलिमेंट्स हैव एग्जैक्टली हाफ फिल्ड स्टेबल इलैक्ट्रॉनिक कॉन्फिगरेशन ऑफ NP3 ਤੇ ਕਿਸੇ ਵੀ ਸਟੇਬਲ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਦੇ ਵਿੱਚੋਂ ਇਲੈਕਟ੍ਰੋਨ ਰਿਮੂਵ ਕਰਾਉਣਾ ਡਿਫਿਕਲਟ ਹੁੰਦਾ ਹੈ। ਇਸ ਕਰਕੇ ਜਿਹੜੀ ਇਹਨਾਂ ਦੀ ਆਇਓਨਾਈਜੇਸ਼ਨ એનર્ਜੀ ਹੈ ਗਰੁੱਪ 16 ਦੀ ਘੱਟ ਹੈ ਤੇ ਗਰੁੱਪ 15 ਦੀ ਵੱਧ ਹੈ। ਸਮਝ ਗਏ? ਹੁਣ ਆਪਾਂ ਗਰੁੱਪ 17 ਦੀ ਗੱਲ ਕਰੀਏ। ਆਇਓਨਾਈਜੇਸ਼ਨ ਇੰਥੈਲਪੀ ਇਜ਼ ਵੈਰੀ ਹਾਈ ਫॉर ਹੈਲੋਜਨਸ ਨੈਕਸਟ ਓਨਲੀ ਟੂ ਇਨਰਟ ਗੈਸ।
ग्रुप 17 ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੈ NS2 NP5 ਉਹਨੂੰ ਸਿਰਫ ਇੱਕ ਇਲੈਕਟ੍ਰੋਨ ਚਾਹੀਦਾ ਹੈ ਟੂ ਅਟੇਨ ਨੋਬਲ ਗੈਸ ਕਨਫੀਗਰੇਸ਼ਨ, ਨਾ ਕਿ ਉਹ ਲੂਜ਼ ਕਰੇ। ਸੋ ਜੇ ਤੁਸੀਂ ਇਹਦੇ ਵਿੱਚੋਂ ਇੱਕ ਇਲੈਕਟ੍ਰੋਨ ਲੂਜ਼ ਕਰਾਉਣਾ ਇਟ ਵੁੱਡ ਬੀ ਵੈਰੀ ਡਿਫਿਕਲਟ, ਸੋ ਇਹਦੀ ਆਇਓਨਾਈਜੇਸ਼ਨ એનર્ਜੀ ਕੀ ਹੋਊਗੀ ਵੈਰੀ ਹਾਈ। ਨੈਕਸਟ ਟੂ ਨੋਬਲ ਗੈਸਿਸ, ਹੁਣ ਨੋਬਲ ਗੈਸਿਸ ਦੀ ਗੱਲ ਕਰ ਲਓ। ਨੋਬਲ ਗੈਸਿਸ ਹੈਵ ਹਾਈਐਸਟ ਆਇਓਨਾਈਜੇਸ਼ਨ એનર્ਜੀ due to stable completely filled electronic configuration of N, so ਇਹਨਾਂ ਦੀ electronic configuration ਕੀ ਹੁੰਦੀ ਹੈ NS2 NP6। तो ਇਹਦੀ ਤਾਂ ਸਭ ਤੋਂ, तो ਇਹਦੇ ਵਿੱਚੋਂ ਤਾਂ ਇਲੈਕਟ੍ਰੋਨ ਰਿਮੂਵ ਕਰਨਾ ਮੋਸਟ ਡਿਫਿਕਲਟ ਹੋ ਗਿਆ। ਹੁਣ ਜੇ ਆਪਾਂ ਆਇਓਨਾਈਜੇਸ਼ਨ ਐਂਥੈਲਪੀ ਦੀ ਗੱਲ ਕਰਦੇ ਹਾਂ ਤਾਂ ਵੀ ਹੈਵ ਟੂ ਟਾਕ ਅਬਾਊਟ ਇਲੈਕਟ੍ਰੋਨ ਗੇਨ ਐਂਥੈਲਪੀ ਆਲਸੋ। ਵੈਲੈਂਸ ਸ਼ੈਲ ਦੇ ਵਿੱਚੋਂ ਇਲੈਕਟ੍ਰੋਨ ਰਿਮੂਵ ਕਰਨਾ ਆਇਓਨਾਈਜੇਸ਼ਨ ਐਂਥੈਲਪੀ, ਤੇ ਜੇ ਤੁਸੀਂ ਇਲੈਕਟ੍ਰੋਨ ਗੇਨ ਕਰਾਉਣਾ ਹੈ ਤਾਂ ਜਿਹੜੀ એનર્ਜੀ ਰਿਕੁਆਇਰਡ ਜਾਂ ਰਿਲੀਜ਼ਡ ਹੋਊਗੀ ਜਾਂ ਜਿਹੜੀ ਇਨਵੋਲਵਡ ਹੋਊਗੀ ਉਹਨੂੰ ਆਪਾਂ ਕੀ ਕਹਿੰਦੇ ਆ ਇਲੈਕਟ੍ਰੋਨ ਗੇਨ ਐਂਥੈਲਪੀ। ਸੋ ਇਨ ਜਨਰਲ ਦੀ ਇਲੈਕਟ੍ਰੋਨ ਗੇਨ ਐਂਥੈਲਪੀ ਬਿਕਮਸ ਲੈਸ ਨੈਗੇਟਿਵ ਡਾਊਨ ਦ ਗਰੁੱਪ, ਯਾਨੀ ਕਿ ਜੇ ਸਪੋਜ਼ ਆਪਾਂ ਨਾਈਟ੍ਰੋਜਨ, ਫੋਸਫੋਰਸ, ਆਰਸੈਨਿਕ, ਐਂਟੀਮਨੀ ਤੇ ਬਿਸਮਿਥ ਦੀ ਗੱਲ ਕਰੀਏ ਡਾਊਨ ਦ ਗਰੁੱਪ ਇਲੈਕਟ੍ਰੋਨ ਗੇਨ ਕਰਾਉਣਾ ਡਿਫਿਕਲਟ ਹੈ, ਯਾਨੀ ਕਿ ਨਾਈਟ੍ਰੋਜਨ ਦੇ ਵਿੱਚ ਇਲੈਕਟ੍ਰੋਨ ਈਜ਼ੀਲੀ ਗੇਨ ਹੋ ਜਾਊਗਾ, ਬਿਸਮਿਥ ਦੇ ਵਿੱਚ ਇਲੈਕਟ੍ਰੋਨ ਗੇਨ ਡਿਫਿਕਲਟੀ ਦੇ ਨਾਲ ਹੋਊਗਾ। ਹੁਣ ਆਪਾਂ ਗਰੁੱਪ 16 ਦੀ ਗੱਲ ਕਰੀਏ। ਸਿੰਸ ਦੀ ਗਰੁੱਪ 16 ਐਲੀਮੈਂਟਸ are short of 2 electrons to attain noble gas configuration, so they have negative value of electron gain enthalpy। ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਦੇ ਵਿੱਚ ਇਲੈਕਟ੍ਰੋਨ ਗੇਨ ਈਜ਼ੀ ਹੈ। In general the electron gain enthalpy becomes less negative down the group, ਇਹ ਆਪਾਂ ਆਲਰੇਡੀ ਕਰ ਚੁੱਕੇ ਹਾਂ। ਹੁਣ ਇਹਦੇ ਵਿੱਚ ਕੀ ਹੈ, ਜੇ ਆਪਾਂ ਗੱਲ ਕਰੀਏ ਗਰੁੱਪ 16 ਦੀ, ਗਰੁੱਪ 16 ਦੇ ਵਿੱਚ ਕੀ ਹੈ ਆਕਸੀਜਨ, ਸਲਫਰ, ਸਿਲੀਨੀਅਮ ਤੇ ਟੈਲੂਰੀਅਮ। ਤਾਂ ਡਾਊਨ ਦਾ ਗਰੁੱਪ ਜੇ ਇਲੈਕਟ੍ਰੋਨ ਗੇਨ ਐਂਥੈਲਪੀ ਲੈਕਸ ਨੈਗੇਟਿਵ ਹੋ ਰਹੀ ਹੈ ਤਾਂ ਆਕਸੀਜਨ ਦੀ ਮੋਸਟ ਨੈਗੇਟਿਵ ਹੋਣੀ ਚਾਹੀਦੀ ਹੈ, ਬਟ ਰਾਜੇ ਇਹ ਐਕਸੈਪਸ਼ਨ ਹੈ, ਇਹ ਧਿਆਨ ਨਾਲ ਦੇਖਿਓ। ਆਕਸੀਜਨ ਦੀ ਇਲੈਕਟ੍ਰੋਨ ਗੇਨ ਐਂਥੈਲਪੀ ਲੈਸ ਨੈਗੇਟਿਵ ਹੈ ਦੈਨ ਸਲਫਰ, ਯਾਨੀ ਕਿ ਆਕਸੀਜਨ ਦੇ ਵਿੱਚ ਇਲੈਕਟ੍ਰੋਨ ਗੇਨ ਕਰਾਉਣਾ ਡਿਫਿਕਲਟ ਹੈ ਦੈਨ ਸਲਫਰ। समझिए मेरी गल, क्यों ऐसा क्यों? सो दिस इज़ बिकॉज ऑफ वेरी स्मॉल साइज़ ऑफ ऑक्सीजन। ऑक्सीजन का साइज़ इन्ना छोटा होंदा है कि जिहड़ा इनकमिंग इलैक्ट्रॉन है, जिहड़ा इलैक्ट्रॉन आउणा है अंदर, इट एक्सपीरियंसिस फोर्स ऑफ रिपल्शन फ्रॉम दी ऑलरेडी प्रेजेंट इलैक्ट्रॉन। सो सानू थोड़ी बहुती एनर्जी लगानी पैंदी है ताकि जिहड़ा ऑक्सीजन है वो इलैक्ट्रॉन नू गेन कर सके। सो इहदे तो मॉरल ऑफ द स्टोरी की निकलता है कि द सल्फर हैज़ दी मोस्ट नेगेटिव electron gain enthalpy in group 16। so take time and understand me what I am trying to say कि ਜਿਹੜਾ in general ਜੇ ਆਪਾਂ ਆਕਸੀਜਨ ਟੂ ਟੈਲੂਰੀਅਮ ਤੱਕ ਜਾਂਦੇ ਆ ਇਲੈਕਟ੍ਰੋਨ ਗੇਨ ਐਂਥੈਲਪੀ ਬਿਕਮਸ ਲੈਸ ਨੈਗੇਟਿਵ। ਸੋ ਦੈਟ ਮੀਨਸ ਨੀਚੇ ਨੂੰ ਜਾਵਾਂਗੇ ਤਾਂ ਇਲੈਕਟ੍ਰੋਨ ਗੇਨ ਕਰਾਉਣਾ ਡਿਫਿਕਲਟ ਹੈ, ਬਟ ਜੇ ਤੁਸੀਂ ਆਕਸੀਜਨ ਤੇ ਸਲਫਰ ਦੀ ਗੱਲ ਕਰੋਗੇ ਆਕਸੀਜਨ ਦੇ ਵਿੱਚ ਇਲੈਕਟ੍ਰੋਨ ਗੇਨ ਕਰਾਉਣਾ ਕੰਪੈਰੀਟਿਵਲੀ ਡਿਫਿਕਲਟ ਹੈ ਐਜ਼ ਕੰਪੇਅਰ ਟੂ ਸਲਫਰ, ਬਿਕੋਜ਼ ਆਕਸੀਜਨ ਦਾ ਸਾਈਜ਼ ਛੋਟਾ ਹੈ। ਹੁਣ ਜੇ ਆਪਾਂ ਗਰੁੱਪ 17 ਦੀ ਗੱਲ ਕਰੀਏ, ਗਰੁੱਪ 17 ਫਲੋਰੀਨ, ਕਲੋਰੀਨ, ਬ੍ਰੋਮੀਨ, ਆਇਓਡੀਨ, ਉਹਦੇ ਵਿੱਚ ਵੀ ਇਹੀ ਹੈ ਕਿ ਇਹਦੀ ਫਲੋਰੀਨ ਹੈਜ਼ ਲੈਸ ਨੈਗੇਟਿਵ ਇਲੈਕਟ੍ਰੋਨ ਗੇਨ ਐਂਥੈਲਪੀ ਦੈਨ ਕਲੋਰੀਨ because of very small size of fluorine, due to which the incoming electron experiences forces of repulsion from already present electron। बिल्कुल वही explanation है। so ਇਹਦੇ ਵਿੱਚ chlorine has the most negative electron gain enthalpy in group 17। so ਇਹਦੇ ਵਿੱਚ ਆ ਚੀਜ਼ ਹੈ, ਸਮਝ ਗਏ ਮੇਰੀ ਗੱਲ। ਦੋਵੇਂ ਬੜੀਆਂ ਇੰਪੋਰਟੈਂਟ ਹੈ, ਆਕਸੀਜਨ ਤੇ ਸਲਫਰ ਦੀ ਐਕਸੈਪਸ਼ਨ ਹੈ, ਇਹਦੇ ਵਿੱਚ ਫਲੋਰੀਨ ਤੇ ਕਲੋਰੀਨ ਦੀ ਐਕਸੈਪਸ਼ਨ ਹੈ। ਤੇ ਜੇ ਹੁਣ ਆਪਾਂ ਗਰੁੱਪ 18 ਦੀ ਗੱਲ ਕਰੀਏ, ਗਰੁੱਪ 18 ਤਾਂ ਰਾਜੇ ਆਲਰੇਡੀ ਫੁੱਲੀ ਫਿਲਡ ਹੈ, ਸੋ ਉਹਦੇ ਵਿੱਚ ਇਲੈਕਟ੍ਰੋਨ ਗੇਨ ਕਰਾਉਣਾ ਬਹੁਤ ਡਿਫਿਕਲਟ ਹੋਊਗਾ, ਲਾਰਜ ਅਮਾਊਂਟ ਆਫ ਐਨਰਜੀ ਵਿਲ ਬੀ ਰਿਕੁਆਇਰਡ। ਸੋ ਨੋਬਲ ਗੈਸਿਸ ਹੈਵ ਪੋਜ਼ਿਟਿਵ ਇਲੈਕਟ੍ਰੋਨ ਗੇਨ ਐਂਥੈਲਪੀ ਵਿਚ large amount of energy is required to overcome repulsions। समझ गए मेरी गल। एक सीगा जी आयोनाइजेशन इंथैल्पी ते इलैक्ट्रॉन गेन इंथैल्पी बारे। हुण आपां नैक्सट प्रॉपर्टी की जे गल करिए वो इलैक्ट्रोनैगेटिविटी है, ग्रुप्स 15, 16, 17 ते 18।
ਇਲੈਕਟ੍ਰੋਨੈਗੇਟਿਵਿਟੀ मतलब ਜਦੋਂ ਕੋਈ ਕੋਵਲੈਂਟ ਬੌਂਡ ਬਣਿਆ ਹੋਇਆ ਹੈ ਤੇ ਉਹ ਜਿਹੜਾ ਸ਼ੇਅਰਡ ਪੇਅਰ ਆਫ ਇਲੈਕਟ੍ਰੋਨਸ ਹੈ ਉਹਨੂੰ ਕੌਣ ਜ਼ੋਰ ਨਾਲ ਖਿੱਚਦਾ, ਜਿਹੜਾ ਉਹਨੂੰ ਜ਼ੋਰ ਨਾਲ ਖਿੱਚੂਗਾ ਉਹ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ। ਤੇ ਡਾਊਨ ਦਾ ਗਰੁੱਪ ਇਲੈਕਟ੍ਰੋਨੈਗੇਟਿਵਿਟੀ ਡਿਕਰੀਜ਼ ਹੁੰਦੀ ਹੈ ਕਿਉਂਕਿ ਇਫੈਕਟਿਵ ਨਿਊਕਲੀਅਰ ਚਾਰਜ ਡਿਕਰੀਜ਼ ਹੋ ਰਿਹਾ ਹੈ। Now if we talk about group 16 elements are more electronegative than group 15 due to their small size and the electronegativity decreases down the group। ਇਹ ਸਾਰੀਆਂ ਆਪਾਂ ਚੀਜ਼ਾਂ +1 ਦੇ ਵਿੱਚ ਕੀਤੀਆਂ ਹੋਈਆਂ। ऑक्सीजन इज़ दी सैकेंड मोस्ट इलैक्ट्रोनैगेटिव एलीमेंट। जो जे आप कंपेयर करिए तो जो ऑक्सीजन है तो फ्लोरीन की होया मोस्ट इलैक्ट्रोनैगेटिव। हैलोजन्स आर दी मोस्ट इलैक्ट्रोनैगेटिव एलीमेंट्स बिकॉज इन्हां दा सब तो छोटा साइज़ हुंदा है तो हाईली नैगेटिव इलैक्ट्रॉन गेन एंथैल्पी है वो आप पिछे कर चुके हैं। यानी कि इलैक्ट्रॉन नूं खिच्चण दी क्षमता जिहड़ी शेयर्ड पेयर ऑफ इलैक्ट्रॉन्स नूं खिच्चण दी क्षमता, यानी कि जे सपोज अपने कोल हाइड्रोजन ते फ्लोरीन है तो फ्लोरीन इस शेयर्ड पेयर ऑफ इलैक्ट्रॉन्स नूं अपने वाल बहुत जोर ला के खिंचूगा क्योंकि फ्लोरीन का एक तो साइज़ छोटा है, ਇਹਦੀ ਨੈਗੇਟਿਵ ਇਲੈਕਟ੍ਰੋਨ ਗੇਨ ਐਂਥੈਲਪੀ ਹੈ ਤੇ ਇਫੈਕਟਿਵ ਨਿਊਕਲੀਅਰ ਚਾਰਜ ਵੀ ਕੀ ਹੈ, ਹਾਈ ਹੈ। ਉਧਰੋਂ ਆਪਾਂ ਗਰੁੱਪ 18 ਦੀ ਗੱਲ ਕਰੀਏ, ਇਲੈਕਟ੍ਰੋਨੈਗੇਟਿਵਿਟੀ ਡਿਕਰੀਜ਼ਸ ਐਂਡ ਦੀ ਮੈਟੈਲਿਕ ਕਰੈਕਟਰ ਇਨਕਰੀਜ਼ਸ ਡਾਊਨ ਦਾ ਗਰੁੱਪ। ਨਾਓ ਲੈਟਸ ਟਾਕ ਅਬਾਊਟ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ। In general, melting and boiling point increases down the group with increase in atomic number। ये जानन वाली है गल कि जिमें जिमें साइज़ वधूगा वंडरवॉल फोर्सेस वधणगे, जे वंडरवॉल फोर्सेस वधणगे तो मेल्टिंग ते बॉइलिंग पॉइंट भी इनक्रीज़ होगा। आ जिहड़ा जनरल पैरा है ये समझण वाला है कि जिहड़ा मेल्टिंग ते बॉइलिंग पॉइंट है इट इनक्रीजेज डाउन द ग्रुप ड्यू टू इनक्रीज इन एटॉमिक नंबर। एटॉमिक नंबर इनक्रीज़ होने नाल एटॉमिक साइज़ इनक्रीज़ हो रहा है जिहदे करके वंडरवॉल फोर्सेस इनक्रीज़ हो रहे हैं विच लीड्स टू इनक्रीज़ इन मेल्टिंग एंड बॉइलिंग पॉइंट। सो हुण इहदे विच की है द बॉइलिंग, हुण आपां जे ग्रुप 15 की गल करिए द बॉइलिंग पॉइंट इनक्रीजेज डाउन द ग्रुप बट मेल्टिंग पॉइंट इनक्रीजेज अप टू आर्सैनिक ड्यू टू इनक्रीज इन देयर एटॉमिक साइज़। बट जदों आपां आर्सैनिक टू बिस्मिथ तक जाने तो बिस्मिथ विच की हुंदा है वो सिर्फ उहदी जिहड़ी +3 ऑक्सीडेशन स्टेट ज़्यादा स्टेबल है इंस्टेड ऑफ 5 ड्यू टू इनर्ट पेयर इफेक्ट। ये जो आप ऑक्सीडेशन स्टेट करांगे दैन आई विल अगेन एक्सप्लेन। बट जो आप इलैक्ट्रॉनिक जिवें आप इन्हां दी इलैक्ट्रॉनिक कॉन्फिगरेशन देखिए तो अपने को ये बिस्मिथ दे विच आ वाले इलैक्ट्रॉन्स इनर आ रहे हैं, इन्हां दा पुअर स्क्रीनिंग इफेक्ट है जिहदे करके ऐसे इलैक्ट्रॉन्स अंदर नूं खिच्चे जा रहे हैं। सो जिहड़ा बिस्मिथ है सिर्फ 3 बॉन्ड्स बना सकदा है रादर दैन 5 जिहड़े उपर वाले एलीमेंट्स बनाउंदे हैं। इस करके मतलब जिहड़ी ओहदी बॉन्ड वीक हो जाता है। दिस रिजल्ट्स इन वीकनिंग दी अट्रैक्शन अमंग दी एटम्स। सो जिहड़ा है जिहड़ा मेल्टिंग पॉइंट है इट इनक्रीजेज अप टू आर्सैनिक एंड दैन डिक्रीजेज टू बिस्मिथ। एक्सैप्शन है तो ये याद रखने वाली चीज़ है। हुण जे आपां ग्रुप 16 की गल करिए इन जनरल दी मेल्टिंग एंड दी बॉइलिंग पॉइंट इनक्रीजेज विद इनक्रीज इन एटॉमिक नंबर डाउन द ग्रुप बट देयर इज़ लार्ज डिफरेंस बिटवीन दी मेल्टिंग एंड दी बॉइलिंग पॉइंट्स ऑफ ऑक्सीजन। यानी कि ऑक्सीजन का मेल्टिंग बॉइलिंग पॉइंट बहुत घट होगा एज कंपेयर टू सल्फर। क्यों? क्योंकि ऑक्सीजन एग्जिस्ट करता है O2 गैस तो सल्फर एग्जिस्ट करती है S8 सॉलिड। सो जिहड़ा गैस है ओबवियसली वह मेल्टिंग तो बॉइलिंग पॉइंट घट होगा। ये क्यों है ये आप अगले टॉपिक च करते हैं। हुण ग्रुप 17 भी सेम है डाउन द ग्रुप मेल्टिंग एंड द बॉइलिंग पॉइंट इनक्रीजेज ड्यू टू इनक्रीज इन साइज़। ग्रुप 18 दे विच भी सेम है। तो जे हुण आपां ग्रुप 18 के एलीमेंट्स दे विच कंपेयर करिए अमंग ऑल द सबसटांसिस हीलियम हैज़ द लोएस्ट बॉइलिंग पॉइंट। सारियां दे पूरे पीरियोडिक टेबल दे विच हीलियम का सब तो घट बॉइलिंग पॉइंट है 4.2 कैलविन जिहदे करके इट हैज़ लार्ज ग्रेटर टेंडेंसी टू एस्केप थ्रू टाइनी होल्स एंड स्पेसिस। So this was all about melting and boiling point. Now the last is about the general जे आप गल करिए the last is about the atomicity। atomicity यानी कि exist किवें करते हैं जिवें आप नाइट्रोजन कह लिए exist as N2, सल्फर exist as S8, ऑक्सीजन as O2 यानी कि इदां क्यों exist करते आप वो गल करनी है।
जे आपां नाइट्रोजन की गल करिए, नाइट्रोजन एग्जिस्ट करता है N ट्रिपल बॉन्ड N, यानी कि ये जिहड़े P ऑर्बिटल्स है वो साइडवेज ओवरलैप करके ट्रिपल बॉन्ड बनाते हैं। So nitrogen forms p-pi bonds with itself and with other elements having small size and exist as diatomic molecule with a triple bond, but जेडे other elements है वो polyatomic है। ऑक्सीजन विच भी सेम है, ऑक्सीजन एग्जिस्ट एज diatomic molecule due to efficient p-pi bonding, p-pi बनाता यानी कि आ ऑक्सीजन तो ऑक्सीजन का सिंगल बॉन्ड, आ जिहड़ा उहदे p ऑर्बिटल्स है ये की करते पे है, ये आपस च ओवरलैप करते पे है, आपस च ओवरलैप करके, क्योंकि इन्हां दा साइज़ छोटा है सो इस करके साइडवेज ओवरलैप एफिशिएंट शो कर सकते हैं। तो ये O2 एग्जिस्ट करता है जिहदे करके इहदे विच वीक वंडरवाल फोर्सिस ने, तो ये एग्जिस्ट करता है गैस। बट जे आपां वड्डे एटम्स की गल करिए जिवें सल्फर, सिलीनियम ते टलूरीयम, तो इन्हां दे p ऑर्बिटल्स का साइज़ बहुत वड्डा है जिहदे करके एफिशिएंट ओवरलैपिंग शो नहीं कर सकते, इस करके ये p-pi बॉन्डिंग नहीं शो करते, रादर दे एग्जिस्ट है सिंगल बॉन्ड बिटवीन दी एटम्स। ये किवें एग्जिस्ट करते हैं S8, Se8, Ste8 इन द फॉर्म ऑफ पक्कड़ रिंग। सो पक्कड़ रिंग का मतलब जे अपने कोल सल्फर है, सल्फर 8 है, ये इदां एग्जिस्ट करते हैं पक्कड़ रिंग, ठीक है जी। 8 फॉर्म दे विच क्यों नहीं वो p-pi बॉन्डिंग शो कर सकते, बिकॉज इन्हां दा साइज़ बहुत वड्डा है तो इन्हां दे विच एफिशिएंट ओवरलैपिंग नहीं होंदी। तो जे हुण आपां ग्रुप 17 की गल करिए, जिवें हुण ग्रुप 17 वाले एग्जिस्ट करते हैं F2 सारे Cl2, Br2, I2 सारे ही डाईएटॉमिक, क्यों? क्योंकि इन्हां कोल सिर्फ एक इलैक्ट्रॉन चाहिए टू अटेन नोबल गैस कॉन्फिगरेशन, सो दे वेरी रिएक्टिव, they combine with each other and exist in diatomic form. नोबल गैसेस दे विच कंप्लीटली फिल्ड वैलेंस शैल इलैक्ट्रॉनिक कॉन्फिगरेशन है, इस करके वो इंडिपेंडेंटली एग्जिस्ट करते हैं इन दी मोनो एटॉमिक फॉर्म। सो दिस वॉज ऑल अबाउट जनरल इलैक्ट्रॉनिक जनरल एटॉमिक प्रॉपर्टीज़ जिहड़ी कि कंपैरिजन दे विच आपां स्टडी कर सकते हैं। नैक्सट वीडियो दे विच आपां इंडिविजुअल ग्रुप्स स्टडी करांगे, उन्हां दे केमिकल प्रॉपर्टीज़, उन्हां दे कंपाउंड्स, ये सिर्फ जनरल प्रॉपर्टीज़ सीगियां जिन्हां नूं आपां कंपैरिजन च स्टडी करके अंडरस्टैंडिंग नूं ईजी बना सकते हैं। आई होप तुहानूं समझ आऊगी। एंड नैक्सट वीडियो दे विच आपां ग्रुप 15 नूं डिटेल दे विच स्टडी करांगे। थैंक यू।